ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਦੀ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਹੋਇਆ। ਕਾਂਗਰਸ ਦੇ ਵਿੱਚ ਇੱਕ ਖੜੋਤ ਆਈ ਹੈ ਤੇ ਨਾਲ ਹੀ ਨਾਲ ਗੱਲ ਇਹ ਹੈ ਕਿ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਗੱਲ ਤੋਂ ਖੁਸ਼ੀ ਮਨਾ ਰਹੇ ਸੀ ਕਿ ਨਵਜੋਤ ਜੇਲ੍ਹ ਚਲੇ ਗਏ ਤੇ ਬਹੁਤ ਸਾਰੇ ਮੁੱਦੇ ਚੁੱਕੇ ਨਹੀਂ ਜਾਣਗੇ, ਤਾਂ ਉੱਥੇ ਹੀ ਪੰਜਾਬ ਦੇ ਹੁਣ ਬਹੁਤ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੇ ਅੰਦਰ ਮਿਸ ਤੱਕ ਕਰ ਰਹੇ ਨੇ। ਕਿਉਂ ਕਰ ਰਹੇ ਨੇ, ਇਸ 'ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਇਹ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਕਾਂਗਰਸ ਦੀ ਜੋ ਹਾਲਾਤ ਬਣੇ ਨੇ, ਤਾਂ ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਆਉਣ ਤੋਂ ਪਹਿਲਾਂ ਜਿਹੜੇ ਵੱਡੇ ਲੀਡਰ ਭਗਵੰਤ ਜੇਲ੍ਹ 'ਚ ਧੱਕ ਰਹੇ ਨੇ, ਤਾਂ ਜਾਂ ਰਹਿੰਦੇ ਖੂਨ ਜਿਹੜੀ ਕਾਂਗਰਸ ਹੈ ਉਹ ਜਾ ਰਹੀ ਹੈ ਭਾਜਪਾ ਦੇ ਵਿੱਚ, ਤਾਂ ਕਿ ਆਉਣ ਸਾਰ ਨਵਜੋਤ ਨੂੰ ਕਾਂਗਰਸ ਜਿਹੜੀ ਆ ਉਹ ਵਿਹਲੀ ਮਿਲੂਗੀ ਕਿ ਨਵਜੋਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਸਰਤਾਜ ਵੀ ਬਣਾਇਆ ਜਾ ਸਕਦਾ ਹੈ। ਇਸ 'ਤੇ ਗੱਲਬਾਤ ਜਿਹੜੀ ਉਹ ਕਰਾਂਗੇ। ਨਾਲ ਗੱਲਬਾਤ ਕਰਾਂਗੇ ਐਮਐਲਏ ਅਨਮੋਲ ਗਗਨ ਮਾਨ ਦੀ। ਐਮਐਲਏ ਅਨਮੋਲ ਗਗਨ ਮਾਨ ਡੀਐਸਪੀ ਦੀ ਕੁਰਸੀ 'ਤੇ ਬੈਠੇ ਤੇ ਅਸੀਂ ਲਗਾਤਾਰ ਅਨਮੋਲ ਗਗਨ ਮਾਨ ਦੇ ਨਾਲ ਤੇ ਜਿਸ ਡੀਐਸਪੀ ਦੀ ਕੁਰਸੀ 'ਤੇ ਉਹ ਬੈਠੇ ਉਹਨਾਂ ਦੇ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਸੀਗੇ ਤੇ ਕੀ ਕੁਝ ਜਵਾਬ ਅੱਗਿਓਂ ਆਉਂਦਾ ਹੈ, ਕੀ ਕੁਝ ਉਹ ਕਹਿੰਦੇ ਨੇ ਤੇ ਕਿੰਨਾ ਕੁ ਜਾਇਜ਼ ਹੈ ਇੱਕ ਐਮਐਲਏ ਦਾ ਇੱਕ ਡੀਐਸਪੀ ਦੀ ਕੁਰਸੀ 'ਤੇ ਬਹਿਣਾ, ਕੀ ਸੰਕੇਤ ਜਾਂਦੇ ਨੇ, ਕੀ ਇਹ ਸਹੀ ਹੈ ਜਾਂ ਗਲਤ, ਇਸ 'ਤੇ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਜੇਲ੍ਹ ਜਾਣ ਦੀ ਵਾਰੀ ਹੈ। ਕਿਉਂ ਅਸੀਂ ਕਹਿ ਰਹੇ ਹਾਂ, ਕਿਸ ਤਰੀਕੇ ਦੇ ਨਾਲ ਫਸ ਰਹੇ ਨੇ ਚਰਨਜੀਤ ਸਿੰਘ ਚੰਨੀ, ਹੁਣ ਮਾਮਲਾ ਬਣਿਆ ਕੀ ਹੈ, ਸਾਰੀਆਂ ਖਬਰਾਂ 'ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਅਨਮੋਲ ਗਗਨ ਮਾਨ ਦੀ ਹੀ ਖਬਰ ਤੋਂ ਕਰ ਲੈਂਦੇ ਹਾਂ। ਅਨਮੋਲ ਗਗਨ ਮਾਨ ਜਿਹੜੇ ਆ ਉਹ ਇੱਕ ਡੀਐਸਪੀ ਦੀ ਕੁਰਸੀ 'ਤੇ ਬੈਠੇ ਦਿਖਾਈ ਦਿੱਤੇ। ਤਸਵੀਰ ਵਾਇਰਲ ਹੋਈ ਹੈ, ਜੰਗਲ ਦੇ ਵਿੱਚ ਫੈਲੀ ਅੱਗ ਦੇ ਵਾਂਗੂ ਤਸਵੀਰ ਵਾਇਰਲ ਹੋ ਰਹੀ ਹੈ। ਮੈਂ ਆਪਣੀ ਟੀਮ ਨੂੰ ਕਹਾਂਗਾ ਕੋਈ ਤਸਵੀਰ ਦਿਖਾਈ ਜਾਵੇ। ਆਹ ਕਾਂਗਰਸ ਨੇ ਪਾਈ ਹੋਈ ਫੋਟੋ ਆਪਣੀ ਪੇਜ ਦੇ ਉੱਪਰ, ਤੇ ਅਨਮੋਲ ਗਗਨ ਮਾਨ ਤਸਵੀਰ ਦੇ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਨੇ ਕੁਰਸੀ 'ਤੇ, ਤੇ ਪਿੱਛੇ ਬੋਰਡ ਲੱਗਿਆ ਡੀਐਸਪੀ ਖਰੜ 2 ਦਾ। ਖਰੜ ਤੋਂ ਅਨਮੋਲ ਗਗਨ ਮਾਨ ਵਿਧਾਇਕ ਨੇ ਤੇ ਖਰੜ ਦੇ ਡੀਐਸਪੀ ਦੀ ਕੁਰਸੀ ਦੇ ਉੱਪਰ ਅਨਮੋਲ ਗਗਨ ਮਾਨ ਜਿਹੜੇ ਆ ਉਹ ਤਸਵੀਰ ਦੇ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਨੇ। ਜਦੋਂ ਪਹਿਲਾਂ ਕੁਝ ਕੁ ਹੋਰ ਲੀਡਰਾਂ ਦੀਆਂ ਅਜਿਹੀਆਂ ਫੋਟੋਆਂ ਵਾਇਰਲ ਹੋਈਆਂ ਸੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਖੂਬ ਰੌਲਾ ਰੱਪਾ ਪਾਉਂਦੀ ਸੀ, ਤਾਂ ਹੁਣ ਉਹਨਾਂ ਦੇ ਐਮਐਲਏ ਖੁਦ ਜਿਹੜੇ ਆ ਉਹ ਬੈਠ ਚੁੱਕੇ ਨੇ ਡੀਐਸਪੀ ਦੀ ਕੁਰਸੀ ਦੇ ਉੱਪਰ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਇਸ ਫੋਟੋ ਨੂੰ ਪਹਿਲੀ ਨਜ਼ਰੇ? ਜੇ ਇਸੇ ਤਰੀਕੇ ਦੇ ਨਾਲ ਡੀਐਸਪੀ ਦੀਆਂ ਕੁਰਸੀਆਂ 'ਤੇ ਸਿੱਧੇ ਤੌਰ 'ਤੇ ਐਮਐਲਏ ਜਾ ਕੇ ਬੈਠ ਜਾਂਦੇ ਨੇ, ਕਿੰਨਾ ਕੁ ਸਹੀ ਹੈ? ਪਹਿਲਾਂ ਤਾਂ ਆਪਾਂ ਇਸ 'ਤੇ ਹੀ ਗੱਲ ਕਰੀਏ। ਦੇਖੋ, ਪ੍ਰੋਟੋਕੋਲ ਜਿਹੜੀ ਗੱਲ ਹੈ ਇਹ ਤਾਂ ਬਿਲਕੁਲ ਗਲਤ ਹੈ ਕਿ ਇੱਕ ਚੁਣਿਆ ਹੋਇਆ ਵਿਧਾਇਕ ਜੇਕਰ ਜੀਓ ਰੈਂਕ ਤੇ ਅਫਸਰ ਦੀ ਕੁਰਸੀ ਦੇ ਉੱਤੇ ਜਾ ਕੇ ਬੈਠਦਾ ਤਾਂ ਪ੍ਰੋਟੋਕੋਲ ਦੇ ਅਨੁਸਾਰ ਇਹ ਗਲਤ ਹੈ। ਪ੍ਰੋਟੋਕੋਲ ਇਹ ਕਹਿੰਦਾ ਕਿ ਠੀਕ ਆ, ਜਿਹੜਾ ਇੱਕ ਵਿਧਾਇਕ ਆ ਉਸਦਾ ਅਹੁਦਾ ਡੀਐਸਪੀ ਦੇ ਅਹੁਦੇ ਤੋਂ ਬਹੁਤ ਉੱਚਾ, ਪ੍ਰੋਟੋਕੋਲ ਦੇ ਅਨੁਸਾਰ ਉਸ ਨੂੰ ਮਾਨ ਸਤਿਕਾਰ ਦਿੱਤਾ ਜਾ ਸਕਦਾ, ਪਰ ਕੋਈ ਵੀ ਡੀਐਸਪੀ ਉਸ ਨੂੰ ਆਪਣੀ ਕੁਰਸੀ ਜਿਹੜੀ ਆ ਉਹ ਨਹੀਂ ਦੇ ਸਕਦਾ। ਕਿਉਂ ਨਹੀਂ ਦੇ ਸਕਦਾ? ਕਿਉਂਕਿ ਉਹ ਉਸ ਵੇਲੇ ਸਰਕਾਰੀ ਕਰਮਚਾਰੀ ਹੈ, ਸਰਕਾਰ ਦੀ ਡਿਊਟੀ ਨਿਭਾ ਰਿਹਾ, ਜਦੋਂ ਕਿ ਵਿਧਾਇਕ ਦਾ ਜਿਹੜਾ ਅਹੁਦਾ ਆ ਕੇਵਲ 5 ਸਾਲ ਵਾਸਤੇ ਸੰਵਿਧਾਨਕ ਤੌਰ ਤੇ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ, ਉਹ ਸਰਕਾਰੀ ਡਿਊਟੀ ਨਹੀਂ ਦੇ ਰਿਹਾ, ਉਹ ਲੋਕਾਂ ਦੀ ਸੇਵਾ ਕਰ ਰਿਹਾ। ਸੋ ਪ੍ਰੋਟੋਕੋਲ ਦੇ ਅਨੁਸਾਰ ਅਜਿਹਾ ਹੋਣਾ ਜਿਹੜਾ ਆ ਇਹ ਸਰਾਸਰ ਗਲਤ ਹੈਗਾ। ਪਰ ਸੁਖਵਿੰਦਰ ਜੀ, ਬੀਤੇ ਦੌਰ 'ਚ ਅਗਰ ਵੇਖਿਆ ਜਾਵੇ ਤਾਂ ਖਾਸ ਤੌਰ ਤੇ ਸਰਕਾਰੀ ਅਫਸਰਾਂ ਵੱਲੋਂ ਵੀ ਚਮਚਾਗਿਰੀ ਦੀ ਜਿਹੜੀ ਹੱਦ ਆ ਉਹ ਅਖੀਰ ਤੱਕ ਕਰ ਦਿੱਤੀ ਜਾਂਦੀ ਆ। ਨਿੱਕੀ ਜੀ ਉਦਾਹਰਨ ਨਾਲ ਮੈਂ ਗੱਲ ਸਪਸ਼ਟ ਕਰਨੀ ਚਾਹਾਂਗਾ। ਜੇਕਰ ਭਗਵੰਤ ਮਾਨ ਸੰਗਰੂਰ ਦੀ ਇੱਕ ਸਾਈਕਲ ਰੈਲੀ ਦੇ ਵਿੱਚ ਜਾਂਦੇ ਨੇ ਤਾਂ ਉੱਥੋਂ ਦੇ ਮੌਜੂਦਾ ਐਸਐਸਪੀ ਜਿਹੜੇ ਨੇ ਭਗਵੰਤ ਮਾਨ ਦੀ ਜੈ ਜੈਕਾਰ ਕਰਦੇ ਨਾਅਰੇ ਜਿਹੜੇ ਉਹ ਲਵਾ ਦਿੰਦੇ ਨੇ, ਤੇ ਦੂਜੇ ਪਾਸੇ ਫਿਰ ਜੇ ਡੀਐਸਪੀ ਸ਼ਰਧਾਵਸ ਹੋ ਕੇ, ਸ਼ਰਧਾਵਾਸੀ ਕਹਾਂਗਾ, ਸ਼ਰਧਾਵਸ ਭਾਵਨਾਵਸ ਹੋ ਕੇ ਅਨਮੋਲ ਗਗਨ ਮਾਨ ਵਰਗੀ ਗਾਇਕਾ ਤੇ ਹੁਣ ਜਿਹੜੇ ਵਿਧਾਇਕਾਂ ਨੂੰ ਕੁਰਸੀ ਦੇ ਦਿੰਦਾ, ਸ਼ਾਇਦ ਇਹ ਉਹਨਾਂ ਵਾਸਤੇ, ਖਾਸ ਤੌਰ ਤੇ ਡੀਐਸਪੀ ਸਾਹਿਬ ਵਾਸਤੇ ਸ਼ਾਇਦ ਇਹ ਬੜੇ ਮਾਣ ਵਾਲੀ ਗੱਲ ਹੋਏਗੀ ਕਿ ਉਹਨਾਂ ਨੇ ਆਪਣੀ ਕੁਰਸੀ ਜਿਹੜੀ ਆ ਉਹਨਾਂ ਨੂੰ ਦਿੱਤੀ। ਦੇਖੋ, ਅਨਮੋਲ ਗਗਨ ਮਾਨ ਸਾਹਿਬ ਹਾਲੇ ਤੱਕ ਇਹ ਵੀ ਕਨਫਰਮ ਨਹੀਂ ਹੋਇਆ ਕਿ ਡੀਐਸਪੀ ਦਫ਼ਤਰ ਦੇ ਵਿੱਚ ਸੀ ਜਾਂ ਨਹੀਂ ਸੀ। ਇੰਨੇ ਲੋਕ ਬੈਠੇ ਨੇ,
ਜੇ ਨਹੀਂ ਸੀ ਤਾਂ ਮੁਲਾਜ਼ਮਾਂ ਤੇ ਵੀ ਸਵਾਲ ਹੈ ਔਰ ਡੀਐਸਪੀ ਤੇ ਵੀ ਸਵਾਲ ਹੈ ਕਿ ਇਹ ਫੋਟੋ ਵਾਇਰਲ ਹੋਣ ਤੋਂ ਬਾਅਦ ਵੀ ਇਹ ਪੁੱਛ-ਦੱਸ ਕਿਉਂ ਨਹੀਂ ਕੀਤੀ ਗਈ। ਔਰ ਸਾਡੇ ਵੱਲੋਂ, ਆਪਣੀ ਟੀਮ ਦੇ ਵੱਲੋਂ, ਮੇਰੇ ਵੱਲੋਂ ਵੀ ਲਗਾਤਾਰ ਜਿਹੜੀ ਹੈ ਉਹ ਅਨਮੋਲ ਗਗਨ ਮਾਨ ਨੂੰ ਵੀ ਕਾਲ ਕੀਤੀ ਗਈ, ਲਗਾਤਾਰ ਫੋਨ ਕੀਤੇ, ਪਰ ਕੋਈ ਵੀ ਫੋਨ ਜਿਹੜਾ ਉਹ ਪਿਕ ਨਹੀਂ ਕੀਤਾ ਗਿਆ। ਡੀਐਸਪੀ ਨੂੰ ਫੋਨ ਕੀਤਾ ਗਿਆ ਤੇ ਕੀ ਕਹਿੰਦੇ ਆ ਕਿ ਡੀਐਸਪੀ ਪਹਿਲਾਂ ਤਾਂ ਫੋਨ ਨਹੀਂ ਚੱਕਦੇ ਸੀ ਤੇ ਬਾਅਦ ਦੇ ਵਿੱਚ ਜਦੋਂ ਫੋਨ ਚੱਕਣਾ ਸ਼ੁਰੂ ਕੀਤਾ ਤਾਂ ਲਗਾਤਾਰ ਉਹਨਾਂ ਦੇ ਜਿਹੜੇ ਗਨਮੈਨ ਉਹ ਫੋਨ ਚੱਕ ਰਹੇ ਨੇ, ਕਹਿ ਰਹੇ ਨੇ ਕਿ ਡੀਐਸਪੀ ਸਾਹਿਬ ਮੀਟਿੰਗ 'ਚ ਨੇ। ਕਿਤੇ ਇਹੀ ਤਾਂ ਨਹੀਂ ਕਿ ਡੀਐਸਪੀ ਸਾਹਿਬ ਜਿਸ ਤਰੀਕੇ ਦੇ ਨਾਲ ਅਸੀਂ ਲਗਾਤਾਰ ਫੋਨ ਤੇ ਫੋਨ ਕਰ ਰਹੇ ਹਾਂ ਤੇ ਉਹ ਇਹੀ ਗੱਲਾਂ ਕਹੀ ਜਾਂਦੇ ਆ ਕਿ ਡੀਐਸਪੀ ਸਾਹਿਬ ਮੀਟਿੰਗ 'ਚ ਨੇ ਤੇ ਉਹ ਮੀਟਿੰਗ 'ਚ ਇਸੇ ਤਰੀਕੇ ਦੇ ਨਾਲ ਮਸ਼ਰੂਫ ਰਹਿੰਦੇ ਹੋਣ ਤੇ ਮਗਰੋਂ ਆ ਕੇ ਐਮਐਲਏ ਸਾਹਿਬਾਂ ਨੇ ਦਾ ਲਾਤਾ ਹੋਵੇ ਤੇ ਕੁਰਸੀ ਤੇ ਬਹਿ ਗਏ ਹੋਣ। ਅਣਖੀ ਸਾਹਿਬ ਬਿਲਕੁਲ ਜੀ, ਬਿਲਕੁਲ ਬੜੀ ਵਧੀਆ ਸਥਿਤੀ ਤੁਸੀਂ ਬਿਆਨ ਕੀਤੀ ਆ ਕਿ ਤੁਸੀਂ ਫੋਨ ਕਰ ਜੇ ਡੀਐਸਪੀ ਸਾਹਿਬ ਮੀਟਿੰਗ ਦੇ ਵਿੱਚ ਨੇ ਤੇ ਅਨਮੋਲ ਗਗਨ ਮਾਨ ਹੁਣੀ ਫਿਰ ਗਏ ਹੋਣ ਕੋਈ ਫੈਸਲਾ ਕਰਾਉਣ ਜਾਂ ਉੱਥੇ ਆਪਣਾ ਰੁਤਬਾ ਖਾਣ ਤੋਂ ਉੱਥੇ ਫਿਰ ਕੁਰਸੀ ਖਾਲੀ ਤਾਂ ਉੱਥੇ ਜਾ ਕੇ ਬਹਿ ਕੇ ਫਿਰ ਤਾਂ ਕੋਈ ਇਤਰਾਜ਼ ਵਾਲੀ ਗੱਲ ਹੀ ਨਹੀਂ ਚਾਹੀਦੀ। ਸਾਨੂੰ ਤਾਂ ਵੈਸੇ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਪਰ ਪ੍ਰੋਟੋਕੋਲ ਦੇ ਅਨੁਸਾਰ ਇਹ ਜਿਹੜੀ ਗੱਲ ਆ ਇਹ ਬਹੁਤ ਗਲਤ ਆ। ਜੇਕਰ ਵਿਧਾਇਕਾ ਅਨਮੋਲ ਗਗਨ ਮਾਨ ਦਫ਼ਤਰ 'ਚ ਗਏ ਵੀ ਆ ਤੇ ਡੀਐਸਪੀ ਮੌਕੇ ਦੇ ਜਿਹੜੇ ਉੱਥੇ ਮੌਜੂਦ ਨਹੀਂ ਹਨ ਤਾਂ ਪ੍ਰੋਟੋਕੋਲ ਇਹ ਕਹਿੰਦਾ ਕਿ ਡੀਐਸਪੀ ਦੇ ਬਰਾਬਰ ਉਹ ਕੁਰਸੀ ਢਾ ਕੇ ਬੈਠ ਸਕਦੇ ਆ, ਉੱਥੇ ਆਪਣਾ ਪੱਖ ਰੱਖ ਸਕਦੇ ਆ, ਪਰ ਡੀਐਸਪੀ ਦੀ ਕੁਰਸੀ ਦੇ ਉੱਤੇ ਉਹ ਨਹੀਂ ਬੈਠ ਸਕਦੇ। ਇਹ ਜੋ ਪ੍ਰੋਟੋਕੋਲ ਕਹਿੰਦਾ, ਜੋ ਰਵਾਇਤਾਂ ਜਾਂ ਕਦਰਾਂ ਕੀਮਤਾਂ ਹਨ। ਪਰ ਜੇਕਰ ਹੁਣ ਇਸ ਤਰੀਕੇ ਦੀ ਮੈਂ ਗੱਲ ਪਹਿਲਾਂ, ਜੇਕਰ ਇੱਕ ਐਸਐਸਪੀ ਮੁੱਖ ਮੰਤਰੀ ਦੇ ਸ਼ਰਧਾਵਸ ਹੋ ਕੇ ਨਾਰੇ ਜੈ ਜੈਕਾਰੀ ਲਵਾ ਦਿੰਦਾ ਤਾਂ ਫਿਰ ਇੱਕ ਡੀਐਸਪੀ ਜੇਕਰ ਸ਼ਰਧਾਵਸ ਹੋ ਕੇ ਅਨਮੋਲ ਗਗਨ ਮਾਨ ਵਰਗੇ ਵਿਧਾਇਕਾਂ ਨੂੰ ਕੁਰਸੀ ਦੇ ਦਿੰਦਾ ਤੇ ਮੇਰਾ ਨਹੀਂ ਖਿਆਲ ਕੋਈ ਉਹਨੂੰ ਕੋਈ ਜ਼ਿਆਦਾ ਫਿਕਰ ਪਿਆ ਹੋਊਗਾ। ਪਰ ਲੋਕਾਂ ਵਾਸਤੇ ਜਾਂ ਵਿਰੋਧੀ ਪਾਰਟੀਆਂ ਨੂੰ ਬੈਠੇ ਬਿਠਾਏ ਉਹਨਾਂ ਨੇ ਮੁੱਦਾ ਜ਼ਰੂਰ ਦੇ ਦਿੱਤਾ ਕਿ ਹਾਂ ਭਈ ਇਹ ਵੀ ਤੁਸੀਂ ਦੇਖ ਲਓ, ਕਿਉਂਕਿ ਜਦੋਂ ਤੁਸੀਂ ਵਿਰੋਧੀ ਧਿਰ ਦੇ ਹੁੰਦੇ ਸੀ ਤਾਂ ਉਦੋਂ ਤੁਸੀਂ ਆਪ ਇਹੋ ਜਿਹੇ ਮੁੱਦੇ ਉਠਾਉਂਦੇ ਸੀ ਜਿਹੜੇ ਸਰਕਾਰ ਨੂੰ ਘੇਰਦੇ ਹੋਣ। ਤਾਂ ਹੁਣ ਤੁਹਾਡੇ ਵਿਧਾਇਕ ਜਿਹੜੇ ਨੇ ਖੁਦ ਹੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਨੇ। ਅੱਜ ਇੱਕ ਹੋਰ ਗੱਲ ਹੋਰ ਸੁਣ ਲਓ, ਸਿਮਰਨਜੀਤ ਸਿੰਘ ਮਾਨ ਦੇ ਸੰਬੰਧੀ ਦੇਵਮਨ ਕਹਿ ਰਿਹਾ, ਜਿਹੜੇ ਉਹ ਵੀ ਵਿਧਾਇਕ ਨੇ, ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਚੱਲੇ ਹੋਏ ਕਾਰਤੂਸ ਨੇ। ਅੱਗੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਜਿਹੜਾ ਅਸੀਂ ਕਹਿ ਸਕਦੇ ਕਿ ਬੋਲਣ ਦਾ ਅੰਦਾਜ਼ ਅਲੱਗ ਤਰ੍ਹਾਂ ਦਾ, ਕਹਿੰਦਾ ਅੱਛਾ ਕਦੋਂ ਉਹਨਾਂ ਨੇ ਮੈਨੂੰ ਵੇਖਿਆ ਕਿ ਮੈਂ ਚੱਲਿਆ ਕਾਰਤੂਸਾਂ, ਕਦੋਂ ਮੈਨੂੰ ਫੜ ਕੇ ਉਹਨਾਂ ਨੇ ਅਜਮਾਇਆ। ਸੋ ਅਜਿਹੇ ਵਿਧਾਇਕ ਜਿਹੜੇ ਪਹਿਲੀ ਵਾਰ ਬਣੇ ਨੇ, ਸ਼ਾਇਦ ਇਹਨਾਂ ਨੂੰ ਉਹ ਟ੍ਰੇਨਿੰਗ ਨਹੀਂ ਦਿੱਤੀ ਗਈ ਜਾਂ ਬੋਲਣ ਦੀ ਜਾਂਚ ਨਹੀਂ ਦੱਸੀ ਗਈ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਤੁਸੀਂ ਆਪਣੀ ਭੂਮਿਕਾ ਜਿਹੜੀ ਆ ਕਿਸ ਤਰੀਕੇ ਨਾਲ ਨਿਭਾਉਣੀ ਆ। ਤਾਂ ਇਹੋ ਹੀ ਕਾਰਨ ਆ ਕਿ ਦੇਵਮਾਨ ਵਰਗੇ ਬੰਦੇ ਵੀ ਬੋਲੀ ਜਾ ਰਹੇ ਆ, ਉੱਥੇ ਅਨਮੋਲ ਗਗਨ ਮਾਨ ਵੀ ਜਾ ਕੇ ਡੀਐਸਪੀ ਦੀ ਕੁਰਸੀ ਤੇ ਬਹਿ ਕੇ ਆਪਣੇ ਉਸ ਮਨ ਦੇ ਲੁਕਵੇਂ ਚਾਅ ਨੂੰ ਪੂਰਾ ਕਰ ਰਹੀ ਆ, ਜਿਹਦੇ ਅਨੁਸਾਰ ਬੰਦਾ ਸੋਚਦਾ ਕਿ ਹਾਂ ਭਈ ਮੋਢੇ ਲੱਗੇ 17 ਦਾ ਜਿਹੜਾ ਮੁੱਲ ਪੈਂਦਾ, ਜਿਸ ਤਰ੍ਹਾਂ ਉਹ ਦਲਜੀਤ ਦੋਸਾਂਝ ਦਾ ਗਾਣਾ ਹੈਗਾ, ਆਪਣਾ ਹੈ ਤਾਂ ਇਹ ਵੀ ਗਾਇਕ, ਤਾਂ ਉਹ ਗਾਣੇ ਜਿਹੜੇ ਬੀਤੇ ਦੌਰ ਦੇ ਵਿੱਚ ਜੇ ਇਸੇ ਤਰੀਕੇ ਨਾਲ ਐਮਐਲਏ ਨੇ ਡੀਐਸਪੀ ਦੀਆਂ ਕੁਰਸੀਆਂ ਤੇ ਜਾ ਕੇ ਬਹਿਣਾ ਹੈ ਤਾਂ ਜਿਸ ਤਰੀਕੇ ਦੇ ਫਿਰ ਹਾਲਾਤ ਬਣੇ ਹੋਏ ਆ, ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਜੀ ਬਣੀ ਹੈ, ਤਾਂ ਸਿੱਧੇ ਤੌਰ ਤੇ ਸਰਕਾਰ ਜਿਹੜੀ ਆਪਣੇ ਆਪ ਨੂੰ ਉਹਨਾਂ ਨੂੰ ਲੈ ਕੇ ਬਚਾ ਰਹੀ ਹੈ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ। ਜਿਸ ਤਰੀਕੇ ਦੇ ਨਾਲ ਐਮਐਲਏ ਜਾ ਕੇ ਉਹਨਾਂ ਦੀਆਂ ਕੁਰਸੀਆਂ ਤੇ ਬਹਿੰਦੇ ਨੇ ਤਾਂ ਸਿੱਧੇ ਤੌਰ ਤੇ ਸਰਕਾਰ ਹੀ ਜ਼ਿੰਮੇਵਾਰ ਹੈਗੀ ਹੈ। ਔਰ ਜੇ ਐਮਐਲਏ ਨਹੀਂ ਇਸੇ ਤਰੀਕੇ ਦੇ ਨਾਲ ਕੁਰਸੀਆਂ ਤੇ ਜਾ ਕੇ ਬਹਿਣਾ ਤਾਂ ਫਿਰ ਡੀਐਸਪੀ ਲਾਉਣ ਦੀ ਲੋੜ ਕੀ ਆ, ਫਿਰ ਐਮਐਲਏ ਲਾ ਦੇਣ। ਬਿਲਕੁਲ ਜੀ, ਬਿਲਕੁਲ। ਇਹਦੇ ਤੋਂ ਇੱਕ ਤਾਂ ਆਪਣੇ ਸੁਖਵਿੰਦਰ ਜੀ ਇਹ ਲਾਈਨ ਤਾਂ ਤੁਸੀਂ ਇੱਕ ਹੋਰ ਛੱਡ ਕੇ ਇਹ ਕਹਿ ਦੇਣੀ ਚਾਹੀਦੀ ਕਿ ਆਮ ਆਦਮੀ ਪਾਰਟੀ ਨੇ ਜਦੋਂ ਇੰਨੀ ਗੱਲ ਕਹੀ ਸੀ ਕਿ ਪੁਲਿਸ ਦੇ ਉੱਤੇ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਕਿਸੇ ਵਿਧਾਇਕ ਦਾ ਜਾਂ ਵਿਧਾਇਕਾ ਦਾ ਨਹੀਂ ਹੋਵੇਗਾ, ਤਾਂ ਜੇਕਰ ਹੁਣ ਵਿਧਾਇਕ ਖੁਦ ਜਾ ਕੇ ਡੀਐਸਪੀ ਦੀ ਕੁਰਸੀ ਤੇ ਬੈਠ ਕੇ ਆਪਣਾ ਰੋਬ ਦਿਖਾ ਰਿਹਾ, ਫਿਰ ਇਸ ਗੱਲ ਤੋਂ ਭਗਵੰਤ ਮਾਨ ਦੀ ਸਰਕਾਰ ਕਿਸ ਤਰੀਕੇ ਨਾਲ ਮੁਨਕਰ ਹੋ ਸਕਦੀ ਹੈ ਕਿ ਥਾਣਿਆਂ ਦੇ ਉੱਤੇ ਜਾਂ ਥਾਣਿਆਂ ਦੇ ਵਿਚਕਾਰ ਜਿਹੜਾ ਮੌਜੂਦਾ ਐਮਐਲਏ ਨੇ ਉਹਨਾਂ ਦਾ ਪ੍ਰਭਾਵ ਨਹੀਂ ਹੈਗਾ। ਸੋ ਇਹ ਵੀ ਇੱਕ ਪ੍ਰਸ਼ਨ ਜਿਹੜਾ ਪੈਦਾ ਹੁੰਦਾ ਕਿ ਜਿਹਦੇ ਸੰਬੰਧੀ ਭਗਵੰਤ ਮਾਨ ਇੰਨੀ ਗੱਲ ਕਹਿੰਦੇ ਰਹੇ ਨੇ ਕਿ ਪੁਲਿਸ ਦੇ ਉੱਤੇ ਕਿਸੇ ਵੀ ਕਿਸਮ ਦੇ ਕਿਸੇ ਵੀ ਵਿਧਾਇਕ ਦਾ ਕੋਈ ਦਬਾਅ ਨਹੀਂ ਹੋਵੇਗਾ। ਇੱਥੇ ਦਬਾਅ ਨਹੀਂ, ਇੱਥੇ ਤਾਂ ਡੀਐਸਪੀ ਦੀ ਉਹ ਕੁਰਸੀ ਮੰਨ ਕੇ ਬੈਠੇ ਨੇ, ਤਾਂ ਕੁਦਰਤੀ ਤੌਰ ਤੇ ਠੀਕ ਆ। ਫਿਰ ਜਿੰਨੇ ਡੀਐਸਪੀ ਨੇ ਜਾਂ ਜਿੰਨੇ ਇਦਾਂ ਦੇ ਜੀਓ ਰੈਂਕ ਦੇ ਅਧਿਕਾਰੀ ਨੇ, ਇਹਨਾਂ ਨੂੰ ਪੁਲਿਸ ਲਾਈਨ ਵਿੱਚ ਸੱਦ ਲੈਣਾ ਚਾਹੀਦਾ। ਤੇ ਦੂਜੇ ਪਾਸੇ ਇਹ ਜਿਹੜੇ ਐਮਐਲਏ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਰੁਤਬਾ ਦੇ ਕੇ ਕੁਰਸੀਆਂ ਤੇ ਬਹਾਲ ਦੇਣਾ ਚਾਹੀਦਾ। ਚਲੋ 5 ਸਾਲਾਂ ਦੇ ਵਿੱਚ ਆਪੋ ਆਪਣੀ ਇਸ ਖਾਹਿਸ਼ ਨੂੰ, ਇਸ ਚਾਹਤ ਨੂੰ ਤਾਂ ਉਹ ਪੂਰਾ ਕਰ ਹੀ ਲੈਣ, ਪਰ ਇਹ ਚਾਹਤ ਉਹ ਚਾਹਤ ਵਰਗੀ ਨਹੀਂ ਆ ਕਿ ਜਿੱਥੇ ਇੱਕ ਐਸਐਸਪੀ ਇੱਕ ਛੋਟੇ ਬੱਚੇ ਨੂੰ ਇੱਕ ਦਿਨ ਦਾ ਐਸਐਸਪੀ ਤਾਂ ਬਣਾਉਂਦਾ ਕਿ ਉਹਦੇ ਵਿਚਾਰੇ ਦੀ ਜ਼ਿੰਦਗੀ ਦੇ ਬਹੁਤ ਥੋੜੇ ਦਿਨ ਨੇ। ਇਸ ਤਰ੍ਹਾਂ ਦੇ ਇੰਸੀਡੈਂਟ ਵੀ ਸਾਹਮਣੇ ਹੁੰਦੇ ਨੇ। ਉਦੋਂ ਜਦੋਂ ਕੋਈ ਐਸਐਸਪੀ ਇੱਕ ਦਿਨ ਵਾਸਤੇ ਇੱਕ ਬੱਚੇ ਨੂੰ ਐਸਐਸਪੀ ਬਣਾਉਂਦਾ ਤਾਂ ਉਹਦੀ ਉਸ ਕਾਰਜਸ਼ੈਲੀ ਦੇ ਪ੍ਰਤੀ ਮਨ ਝੁਕਦਾ। ਪਰ ਇਹੋ ਜਿਹੇ ਜਿਹੜੇ ਵਰਤਾਰੇ ਜਿਹੜੇ ਵਾਪਰਦੇ ਪਏ ਨੇ, ਚਾਹੇ ਉਹ ਪੁਲਿਸ ਵੱਲੋਂ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ,
ਇਹਦੇ ਨਾਲ ਜ਼ਰੂਰ ਪ੍ਰੋਟੋਕੋਲ ਦੀਆਂ ਜਿਹੜੀਆਂ ਧੱਜੀਆਂ ਉੱਡਦੀਆਂ ਨੇ ਤੇ ਇਹਦੇ ਤੋਂ ਸਰਕਾਰ ਨੂੰ ਤੇ ਪ੍ਰਸ਼ਾਸਨ, ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਬਚਣਾ ਚਾਹੀਦਾ ਤੇ ਲੋਕਾਂ ਵਿੱਚ ਇਹ ਸੰਕੇਤ ਜਾਣਾ ਚਾਹੀਦਾ ਕਿ ਜਿਹੜਾ ਪ੍ਰਸ਼ਾਸਨ ਆ ਉਹ ਪੂਰਨ ਤੌਰ ਤੇ ਨਿਰਪੱਖ ਤੇ ਨਿਡਰ ਹੋ ਕੇ ਕੰਮ ਕਰਦਾ ਪਿਆ, ਕਿਸੇ ਦਬਾਅ ਦੇ ਹੇਠ ਨਹੀਂ, ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣੀ ਕਹਿੰਦੇ ਰਹੇ ਆ। ਪਰ ਅੱਜ ਦੀ ਇਸ ਫੋਟੋ ਦੇ ਵਾਇਰਲ ਹੋਣ ਦੇ ਨਾਲ ਸਾਫ਼ ਤੇ ਸਪਸ਼ਟ ਹੋ ਗਿਆ ਕਿ ਪੁਲਿਸ ਦੇ ਕੰਮਾਂ 'ਚ ਸਿਆਸੀ ਦਖਲ ਅੰਦਾਜ਼ੀ ਬਿਲਕੁਲ ਉਸੇ ਤਰੀਕੇ ਦੀ ਆ ਜਿਸ ਤਰੀਕੇ ਨਾਲ ਕਾਂਗਰਸ ਦੇ ਕਾਰਜਕਾਲ ਦੌਰਾਨ ਹੁੰਦੀ ਰਹੀ ਆ ਤੇ ਜਿਸ ਤਰੀਕੇ ਨਾਲ ਅਕਾਲੀਆਂ ਦੇ ਕਾਰਜਕਾਲ ਦੌਰਾਨ ਹੁੰਦੀ ਰਹੀ ਆ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਹੋਣੀ ਸੀ ਕਾਂਗਰਸ ਸਰਕਾਰ ਦੇ ਦਰਮਿਆਨ, ਤਾਂ ਉਸ ਵਕਤ ਕੁਲਵੀਰ ਸਿੰਘ ਜੀਰੇ ਹੁਣੀ ਜਿਹੜੇ ਜੀਰਾ ਤੋਂ ਵਿਧਾਇਕ ਸਨ, ਸਭ ਤੋਂ ਜ਼ਿਆਦਾ ਖੱਪ ਜਿਹੜੀ ਉਹ ਪਾਉਂਦੇ ਤੇ ਮੈਨੂੰ ਯਾਦ ਆ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਸੀ ਕਿ ਸਭ ਤੋਂ ਜ਼ਿਆਦਾ ਉਹ ਭੁਗਦਾ ਉਹਨੂੰ ਵਰਦੀਆਂ ਪਵਾ ਕੇ ਗਾਂ ਲੈ ਆਓ ਤਾਂ ਉਹੀ ਫੜ ਕੇ ਮੈਨੂੰ ਅੰਦਰ ਕਰ ਦੇਵੇ, ਉਹਨੇ ਨਾਮ ਬਕਾਇਦਾ ਲਈ ਸੀ। ਤਾਂ ਉਹੋ ਜਿਹੇ ਇੰਸੀਡੈਂਟ ਜਿਹੜੇ ਨੇ ਸੁਖਵਿੰਦਰ ਜੀ ਸਾਹਮਣੇ ਹੁੰਦੇ ਆ, ਇਹ ਮਨਾਂ ਦੇ ਅੰਦਰ ਜਿਹੜੇ ਲੁਕੇ ਵਲਵਲੇ ਹੁੰਦੇ ਆ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਸ ਪ੍ਰੋਗਰਾਮ ਦੇ ਚੱਲਦੇ ਜਿੰਨਾ ਟਾਈਮ ਸਾਡੇ ਪ੍ਰੋਗਰਾਮ ਨੂੰ ਸ਼ੁਰੂ ਹੋ ਗਿਆ ਤਾਂ ਸਾਡੀ ਟੀਮ ਜਿਹੜੀ ਲਗਾਤਾਰ ਉਹਨਾਂ ਡੀਐਸ ਸਾਹਿਬਾਨ ਨੂੰ ਔਰ ਐਮਐਲਏ ਸਾਹਿਬ ਨੂੰ ਜਿਹੜਾ ਉਹ ਲਗਾਤਾਰ ਸੰਪਰਕ ਕਰ ਰਹੇ ਨੇ, ਪਰ ਉਹ ਫੋਨ ਨਹੀਂ ਚੁੱਕ ਰਹੇ। ਪਹਿਲਾਂ ਇੱਕ ਦੋ ਵਾਰੀ ਡੀਐਸਪੀ ਸਾਹਿਬ ਨੇ ਫੋਨ ਚੁੱਕਿਆ ਨਹੀਂ, ਫੇਰ ਲਾਇਆ ਤਾਂ ਗਨਮੈਨ ਨੇ ਚੁੱਕ ਲਿਆ। ਤਾਂ ਲਗਾਤਾਰ ਇਹ ਨਹੀਂ ਕਿ ਬਹੁਤ ਸਾਰੇ ਲੋਕ ਸੱਜਣ ਸਾਡੇ ਸੋਚ ਰਹੇ ਹੋਣ ਕਿ ਡੀਐਸਪੀ ਸਾਹਿਬ ਹੋ ਸਕਦਾ ਕਿ ਬਿਜੀ ਹੁਣ, ਅਸੀਂ ਹੁਣ ਤੋਂ ਨਹੀਂ, ਅਸੀਂ ਬੜੇ ਟਾਈਮ ਤੋਂ ਫੋਨ ਲਾ ਰਹੇ ਹਾਂ ਉਹਨਾਂ ਨੂੰ ਔਰ ਐਮਐਲਏ ਸਾਹਿਬਾਂ ਨੂੰ ਵੀ ਫੋਨ ਲਗਾਤਾਰ ਅਸੀਂ ਇਸੇ ਮਸਲੇ 'ਤੇ ਗੱਲਬਾਤ ਕਰਦੇ ਲਈ ਲਾ ਰਹੇ ਹਾਂ ਔਰ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਫੋਨ ਨਹੀਂ ਚੁੱਕਿਆ ਜਾ ਰਿਹਾ। ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇਹਨਾਂ ਨੂੰ ਫੋਨ ਲਾਉਣਾ ਜਿਹੜਾ ਉਹ ਜਾਰੀ ਰੱਖਿਆ ਜਾਵੇ ਔਰ ਦੇਖਦੇ ਹਾਂ ਕਿ ਕਦੋਂ ਤੱਕ ਇਹ ਫੋਨ ਜਿਹੜੇ ਚੁੱਕਦੇ ਆ ਔਰ ਪ੍ਰੋਗਰਾਮ ਦੇ ਦੌਰਾਨ ਵੀ ਔਰ ਪ੍ਰੋਗਰਾਮ ਤੋਂ ਬਾਅਦ ਵੀ ਅਸੀਂ ਇਸ ਵਿਸ਼ੇ 'ਤੇ ਇਸ ਮੁੱਦੇ ਨੂੰ ਅਸੀਂ ਉਭਾਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਕਰਦੇ ਰਹਾਂਗੇ। ਅਣਖੀ ਸਾਹਿਬ, ਇਹ ਤਾਂ ਜਿਹੜੇ ਮੰਦਭਾਗੀ ਗੱਲ ਹੈਗੀ ਆ ਇਸ ਤਰੀਕੇ ਦੇ ਨਾਲ ਕੁਰਸੀ ਤੇ ਬੈਠਣਾ। ਤਾਂ ਅਗਲੀ ਖਬਰ ਜਿਹੜੀ ਆਪਾਂ ਉਹ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਧਰਮਸੋਤ ਅਤੇ ਜੋਗਿੰਦਰਪਾਲ ਭੂਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਹਿੰਦੇ ਕਿ ਅਹਿਮ ਸਬੂਤ ਵਿਜੀਲੈਂਸ ਦੇ ਹੱਥ ਵੀ ਲੱਗੇ ਨੇ। ਚਰਨਜੀਤ ਸਿੰਘ ਚੰਨੀ ਦੀ ਵੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਗ੍ਰਿਫਤਾਰੀ ਜਿਹੜੀ ਆ ਹੋ ਸਕਦੀ ਹੈ। ਕੀ ਮਾਮਲਾ ਪੂਰਾ, ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਤੇ ਲੋਕੀ ਦੇ ਸਾਰੇ ਇਹ ਵੀ ਸੁਖਵਿੰਦਰ ਜੀ ਕਹਿੰਦੇ ਨੇ ਕਿ ਚੰਨੀ ਸਾਹਿਬ ਸ਼ਾਇਦ ਇਸੇ ਡਰ ਕਰਕੇ ਵਿਦੇਸ਼ ਯਾਤਰਾ ਤੇ ਚਲੇ ਗਏ ਨੇ ਕਿ ਉਸ ਕੱਜਾ ਜਿਹੜਾ ਅਗਲਾ ਆ ਉਹ ਚੰਨੀ ਦੇ ਉੱਤੇ ਕੱਸਿਆ ਜਾਣ ਦਾ ਡਰ ਹੈਗਾ। ਤੇ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੇ ਸੰਬੰਧੀ ਚਰਚਾਵਾਂ 'ਚ ਆਉਣ ਦਾ ਕਾਰਨ ਇਹ ਆ ਕਿ ਜੋਗਿੰਦਰਪਾਲ ਭੂਆ ਦੇ ਸਿਰ ਉੱਤੇ ਉਹਨਾਂ ਦਾ ਮਿਹਰ ਭਰਿਆ ਹੱਥ ਹਮੇਸ਼ਾ ਮੌਜੂਦ ਰਿਹਾ। ਜਦੋਂ ਉਹ ਕਾਂਗਰਸੀ ਐਮਐਲਏ ਵੀ ਸਨ ਤੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਵੀ ਮਿਲੀ, ਉਦੋਂ ਵੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣਾ ਵਿਸ਼ੇਸ਼ ਰਸੂਖ ਵਰਤ ਕੇ ਉਹਨਾਂ ਨੂੰ ਜਿਹੜੀ ਟਿਕਟ ਸੀ ਉਹ ਦਵਾਈ ਸੀ। ਤੇ ਦੂਜੇ ਪਾਸੇ ਇਹ ਵੀ ਗੱਲ ਦਾ ਪਤਾ ਲੱਗਾ ਕਿ ਜੋਗਿੰਦਰਪਾਲ ਭੂਆ ਜਿਹੜੇ ਨੇ ਜਦੋਂ 2017 ਚ ਇਲੈਕਸ਼ਨ ਲੜਦੇ ਨੇ ਤਾਂ ਉਹਨਾਂ ਦੀ ਉਸ ਵੇਲੇ 6 ਕਰੋੜ ਦੀ ਪ੍ਰਾਪਰਟੀ ਜਿਹੜੀ ਆ 6 ਕਰੋੜ 19 ਲੱਖ ਦੀ ਸ਼ੋਅ ਹੁੰਦੀ ਆ। ਤੇ ਜਦੋਂ 2022 ਚ ਉਹ ਐਫੀਡੇਵਿਟ ਦਿੰਦੇ ਆ ਤਾਂ ਉਹ 18 ਕਰੋੜ ਸਮਥਿੰਗ ਉਹ ਸ਼ੋਅ ਹੁੰਦਾ। ਤੇ ਕਹਿੰਦੇ ਨੇ ਕਿ ਇਹਨਾਂ 5 ਸਾਲਾਂ ਦੇ ਵਿੱਚ ਉਹ ਬਣਦਾ ਹਿੱਸਾ ਜਿਹੜਾ ਉੱਪਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਥਿਤ ਤੌਰ ਤੇ ਦੂਜੇ ਪਾਸੇ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਪੂਰਨ ਤੌਰ ਤੇ ਕਥਿਤ ਤੌਰ ਤੇ ਆਪਣਾ ਬਣਦਾ ਹਿੱਸਾ ਉੱਥੋਂ ਤੱਕ ਪਹੁੰਚਾਉਂਦੇ ਰਹੇ ਨੇ, ਜੋ ਵਿਜੀਲੈਂਸ ਦੀ ਜਾਂਚ ਦੇ ਵਿੱਚੋਂ ਸਾਹਮਣੇ ਆਇਆ। ਨੰਬਰ 1। ਨੰਬਰ 2, ਇਕਬਾਲ ਸਿੰਘ ਹੁਣੀ ਜਿਹੜੇ ਸਰਪੰਚ ਨੇ ਸਾਬਕਾ, ਜਿਹੜੇ ਖਾਸ ਚਰਨਜੀਤ ਸਿੰਘ ਚੰਨੀ ਦੇ ਸਮਝੇ ਜਾਂਦੇ ਆ, ਉਹਨਾਂ ਨੇ ਵੀ ਕੁਝ ਬਿਆਨਬਾਜ਼ੀ ਜਾਂ ਉਹਨਾਂ ਨੇ ਕੁਝ ਅਜਿਹੇ ਸਬੂਤ ਦਿੱਤੇ ਨੇ ਜਿਹਦੇ ਆਧਾਰ ਤੇ ਚਰਨਜੀਤ ਸਿੰਘ ਚੰਨੀ ਦੇ ਦਿਵਾਲੇ ਸਕੰਜਾ ਜਿਹੜਾ ਉਹ ਕੱਸਿਆ ਜਾਣਾ ਸ਼ੁਰੂ ਹੋਇਆ। ਤਾਂ ਉਹਦੇ ਨਾਲ ਹੀ ਨਾਲ ਈਡੀ ਜਿਹੜੀ ਆ ਉਹਨਾਂ ਦੇ ਭਾਂਜੇ ਨੂੰ ਲੈ ਕੇ ਜਿਹਦੇ ਕੋਲ 10 ਕਰੋੜ ਦੀ ਰਾਸ਼ੀ ਨਕਦ ਮਿਲੀ ਸੀ। ਇਹ 3-4 ਜਿਹੜੇ ਇੰਸੀਡੈਂਟ ਨੇ, ਇਹਨਾਂ ਸਾਰਿਆਂ ਇੰਸੀਡੈਂਟਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਹੁਣ ਸਪਸ਼ਟ ਤੌਰ ਤੇ ਆਉਣਾ ਸ਼ੁਰੂ ਹੋ ਗਿਆ ਔਰ ਇਹ ਸਮਝਿਆ ਜਾ ਰਿਹਾ ਆ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਹੀ ਜਿਹੜੀ ਜਾਂਚ ਆ ਉਹ ਵੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਸਭ ਤੋਂ ਪਹਿਲਾ ਟਾਰਗੇਟ ਚਰਨਜੀਤ ਸਿੰਘ ਚੰਨੀ ਹੀ ਸਨ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਰਾਘਵ ਚੱਡਾ ਨੇ ਉਹ ਇਹਨਾਂ ਦੇ ਇਲਾਕੇ ਦੀ ਬਕਾਇਦਾ ਤੌਰ ਤੇ ਵੀਡੀਓ ਬਣਾ ਕੇ ਪਾਈ, ਅਜੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਸਮੇਂ ਨਹੀਂ ਸੀ ਬਣੀ, ਤਾਂ ਉਸ ਵਕਤ ਇਹ ਦੋਸ਼ ਲੱਗੇ ਸਨ ਕਿ ਚਰਨਜੀਤ ਸਿੰਘ ਚੰਨੀ ਦੀ ਸਰਪ੍ਰਸਤੀ ਦੇ ਹੇਠ ਸਾਰਾ ਕੁਝ ਨਜਾਇਜ਼ ਮਾਈਨਿੰਗ ਦਾ ਕੰਮ ਜਿਹੜਾ ਹੋ ਰਿਹਾ। ਸੋ ਇਹਨਾਂ ਤੱਥਾਂ ਦੇ ਆਧਾਰ ਤੇ ਇਹ ਸਾਫ਼ ਸਪਸ਼ਟ ਤੌਰ ਤੇ ਸਾਹਮਣੇ ਆ ਰਹੀ ਚੀਜ਼ ਆ ਕਿ ਆਉਂਦਿਆਂ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪੰਜਾਬ ਸਰਕਾਰ ਕੋਈ ਵੱਡੀ ਕਾਰਵਾਈ ਜਿਹੜੀ ਆ ਕਰ ਸਕਦੀ ਆ। ਉਹ ਕਾਰਵਾਈ ਹੁਣ ਉਹਨਾਂ ਦੇ ਭਾਰਤ ਵਾਪਸ ਆਉਣ ਦੇ ਸਮੇਂ ਤੋਂ ਹੋ ਸਕਦੀ ਹੈ ਜਾਂ ਬਾਅਦ ਚ ਹੋ ਸਕਦੀ ਹੈ ਜਾਂ ਪਹਿਲਾਂ ਹੋ ਸਕਦੀ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸਰਦਾਰ ਚਰਨਜੀਤ ਸਿੰਘ ਚੰਨੀ ਹੁਣ ਪੰਜਾਬ ਵਿਜੀਲੈਂਸ ਦੇ ਰਡਾਰ ਦੇ ਉੱਤੇ ਨੇ ਤੇ ਭਗਵੰਤ ਮਾਨ ਦੀ ਸਰਕਾਰ ਪੂਰਨ ਤੌਰ ਤੇ ਇਸ ਵੇਲੇ ਉਹਨਾਂ ਨੂੰ ਆਪਣੇ ਸਕੰਜੇ ਵਿੱਚ ਲੈਣ ਵਾਸਤੇ ਕਾਰਵਾਈ ਜਿਹੜੀ ਆ ਉਹ ਕਰਦੀ
ਪਈ ਹੈ ਜੀ। ਜੀ ਜੀ, ਅਗਲੀ ਖਬਰ ਦੀ ਆਪਾਂ ਚਰਚਾ ਕਰ ਲੈਂਦੇ ਹਾਂ। ਨਵਜੋਤ ਸਿੰਘ ਸਿੱਧੂ ਦੇ ਸੰਬੰਧ ਦੇ ਵਿੱਚ ਖਬਰ ਆਣਖੀ ਸਾਹਿਬ, ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਦੇ ਹੁੰਦਿਆਂ ਕਾਂਗਰਸ ਦੀ ਆਵਾਜ਼ ਨਵਜੋਤ ਸਿੰਘ ਸਿੱਧੂ ਲਗਾਤਾਰ ਬੁਲੰਦ ਕਰ ਰਹੇ ਸੀ, ਤਾਂ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਉਹ ਵੀ ਬੈਕਫੁੱਟ ਤੇ ਚਲੀ ਜਾਂਦੀ ਸੀ। ਨਵਜੋਤ ਸਿੰਘ ਸਿੱਧੂ ਦੇ ਸਵਾਲਾਂ ਦੇ ਜਵਾਬ ਹਾਲੇ ਤੱਕ ਨਾ ਤਾਂ ਭਗਵੰਤ ਮਾਨ ਦੇ ਸਕੇ ਤੇ ਨਾ ਹੀ ਅਰਵਿੰਦ ਕੇਜਰੀਵਾਲ ਦੇ ਸਕੇ, ਜਿਹੜੇ ਉਹਨਾਂ ਨੇ ਮੁੱਦੇ ਚੁੱਕੇ। ਦੇਖੋ, ਅੰਤਰਰਾਸ਼ਟਰੀ ਕੀਮਤਾਂ ਦੀ ਗੱਲ ਨੂੰ ਲੈ ਕੇ ਹੋਵੇ ਜਾਂ ਰੇਤੇ ਦੀ ਮਾਈਨਿੰਗ ਦੇ ਵਿੱਚੋਂ ਜਿਹੜਾ ਪੈਸਾ ਬਚਾਉਣ ਦੀ ਗੱਲ ਹੋਵੇ, ਫਿਕਰ ਦੱਸਣੀ ਲੈ ਕੇ, ਬਹੁਤ ਸਾਰੇ ਇਹੋ ਜਿਹੇ ਮੁੱਦੇ ਸੀ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਸਹੀ ਤਰੀਕੇ ਦੇ ਨਾਲ ਚੱਕ ਰਹੇ ਸੀ ਔਰ ਪੂਰੀ ਮੈਨੂੰ ਲੱਗਦਾ ਸਟੱਡੀ ਤੋਂ ਬਾਅਦ ਹੀ ਉਹ ਚੱਕ ਰਹੇ ਸੀ ਔਰ ਉਹਨਾਂ ਦੇ ਵਾਂਗ ਮੁੱਦੇ ਨਾ ਤਾਂ ਕਿਸੇ ਨੇ ਚੱਕੇ, ਨਾ ਹੀ ਕੋਈ ਜਵਾਬ ਦੇ ਪਾਇਆ। ਤਾਂ ਹੁਣ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਅੰਦਰ ਗਏ ਨੇ, ਉਵੇਂ ਹੀ ਜਿਹੜੀ ਬੈਕਫੁੱਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਸਿੱਧੂ ਮੂਸੇ ਵਾਲੇ ਮੁੱਦੇ ਨੂੰ ਛੱਡ ਕੇ ਬਾਕੀ ਕਿਸੇ ਵੀ ਮੁੱਦੇ ਤੇ ਘੇਰੀ ਨਹੀਂ ਜਾ ਰਹੀ। ਔਰ ਦੂਜੇ ਪਾਸੇ ਜੇ ਮੈਂ ਕਾਂਗਰਸ ਦੀ ਗੱਲ ਕਰਾਂ, ਕਾਂਗਰਸ ਦੀ ਜਿਹੜੀ ਗੱਲ ਹੈ, ਕਾਂਗਰਸ ਇਸ ਗੱਲ ਤੇ ਧਿਆਨ ਦੇਣ ਦੀ ਬਜਾਏ ਅਸੀਂ ਜਿਹੜਾ ਆਮ ਆਦਮੀ ਪਾਰਟੀ ਨੂੰ ਬੈਕਫੁੱਟ ਤੇ ਲੈ ਜਾਣਾ, ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਮੁੱਦੇ ਚੱਕਣੇ ਨੇ, ਸਗੋਂ ਉਹ ਆਪਣੇ ਲੀਡਰਾਂ ਨੂੰ ਬਚਾਉਣ ਤੇ ਲੱਗੀ ਹੋਈ ਹੈ। ਖੁਦ ਸਾਰੇ ਲੀਡਰ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ। ਕੋਈ ਵੀ ਆਵਾਜ਼ ਨਹੀਂ ਚੁੱਕ ਪਾ ਰਿਹਾ ਕਿ ਇਸੇ ਕਰਕੇ ਤਾਂ ਨਹੀਂ ਕਿਤੇ ਆਵਾਜ਼ ਨਹੀਂ ਚੁੱਕ ਪਾ ਰਹੇ ਕਿ ਜੇ ਅਸੀਂ ਆਵਾਜ਼ ਚੁੱਕੀ ਕਿਤੇ ਭਗਵੰਤ ਮਾਨ ਦੀ ਦ੍ਰਿਸ਼ਟੀ ਜਿਹੜੀ ਆ ਉਹ ਸਾਡੇ ਵਾਲੇ ਪਾਸੇ ਨੂੰ ਨਾ ਪੈ ਜਾਵੇ। ਤੇ ਦੂਜੀ ਗੱਲ ਇਹ ਆਣਖੀ ਸਾਹਿਬ ਕਿ ਜਿਵੇਂ ਆਪਾਂ ਲਗਾਤਾਰ ਕਹਿੰਦੇ ਹੁੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਤੇ ਖਹਿਰੇ ਦੇ ਸੰਦਰਭ ਦੇ ਵਿੱਚ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਿਹੋ ਜੀ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ, ਜਿਹੋ ਜੀ ਸਾਫ਼ ਸੁਥਰੀ ਤੇ ਇਮਾਨਦਾਰੀ ਵਾਲੀ ਰਾਜਨੀਤੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ, ਉਹੋ ਜੀ ਰਾਜਨੀਤੀ ਨੂੰ ਕਾਊਂਟਰ ਕਰਨ ਦੇ ਲਈ ਜੇ ਪ੍ਰਧਾਨ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਔਰ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਹੋਣੇ ਬਣਦੇ ਆ। ਤੇ ਖਹਿਰਾ ਤਾਂ ਆਵਾਜ਼ ਚੱਕ ਰਹੇ ਨੇ, ਸਿੱਧੂ ਜੇਲ੍ਹ 'ਚ ਨੇ, ਹੋਰ ਕੋਈ ਵੀ ਬੰਦਾ ਆਵਾਜ਼ ਚੁੱਕ ਨਹੀਂ ਰਿਹਾ। ਕਿਵੇਂ ਦੇਖਦੇ ਹੋ ਜਿਹੜਾ ਖਲਾਅ ਆ ਇਹ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੱਦਿਆਂ ਵਾਲੀ ਰਾਜਨੀਤੀ ਜਿਹੜੀ ਹੈ ਉਹ ਖੜੀ ਹੈ ਔਰ ਕਾਂਗਰਸੀ ਲੀਡਰ ਜਿਹੜੇ ਚੁੱਪ ਨੇ, ਕਿਤੇ ਇਸੇ ਕਰਕੇ ਤਾਂ ਨਹੀਂ ਚੁੱਪ ਕਿਤੇ ਭਗਵੰਤ ਮਾਨ ਸਾਡੇ ਵੱਲ ਨੂੰ ਨਾ ਹੋ ਤੁਰੇ? ਸੁਖਵਿੰਦਰ ਜੀ, ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਤੋਂ ਬਾਅਦ ਕਾਂਗਰਸ ਵਿੱਚ ਪੈਦਾ ਹੋਏ ਖਲਾਅ ਦੀ ਗੱਲ ਕੀਤੀ ਹੈ, ਤੇ ਜੇਕਰ ਮੈਂ ਇਸ ਖਲਾਅ ਦੀ ਗੱਲ ਕਰਾਂ ਤਾਂ ਇਹ ਕੇਵਲ ਇਹ ਪ੍ਰੋਗਰਾਮ ਹੈ 1 ਘੰਟਾ ਜਿਹੜਾ ਆ, ਜੇਕਰ ਮੈਂ ਬੋਲਣਾ ਚਾਹਾਂ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਵੱਖ-ਵੱਖ ਉਹਦੇ ਪ੍ਰਸਾਰਾਂ ਦੇ ਕਰਕੇ ਜਿਹੜਾ ਰਾਜਨੀਤੀ ਦੇ ਵਿੱਚ ਖਲਾਅ ਪੈਦਾ ਹੋਇਆ, ਤਾਂ ਮੈਂ 1 ਘੰਟਾ ਵੀ ਇਹਦੇ ਉੱਤੇ ਪ੍ਰੋਗਰਾਮ ਕਰ ਸਕਦਾ। ਪਰ ਇਹਨੇ ਛੋਟੇ ਸੀਮਤ ਦਾਇਰੇ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ, ਮੇਰਾ ਨਹੀਂ ਖਿਆਲ ਕਿ ਨਵਜੋਤ ਸਿੱਧੂ ਦੇ ਉਹਨਾਂ ਵੱਖ-ਵੱਖ ਪ੍ਰਸਾਰਾਂ ਨੂੰ ਮੈਂ ਠੀਕ ਤਰੀਕੇ ਨਾਲ ਡਿਫਾਈਨ ਕਰ ਸਕਾਂ ਜਿਨ੍ਹਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਉਹਨਾਂ ਦਿਨਾਂ ਦੇ ਵਿੱਚ ਇੱਕ ਵਾਕਿਆ ਹੀ ਰਾਜਨੀਤੀ ਲੱਗਦੀ ਸੀ ਜਦੋਂ ਨਵਜੋਤ ਸਿੱਧੂ ਇਹਦੇ ਵਿੱਚ ਸਰਗਰਮ ਸੀ, ਚਾਹੇ ਉਹ ਹਰੇ ਹੋਇਆ ਸੀ, ਚਾਹੇ ਉਹ ਜਿੱਤਿਆ ਹੋਇਆ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਹੁਣ ਜੇਕਰ ਤੁਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰੋ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੋ ਤਾਂ ਤੁਹਾਨੂੰ ਦੂਰ ਤੱਕ ਕੋਈ ਵੀ ਨੇਤਾ ਨਜ਼ਰ ਨਹੀਂ ਆਉਂਦਾ, ਕੋਈ ਵੀ ਆਗੂ ਨਜ਼ਰ ਨਹੀਂ ਆਉਂਦਾ, ਉਹ ਕਿਸੇ ਵੀ ਪਾਰਟੀ ਦਾ ਹੋਵੇ, ਮੈਂ ਕੇਵਲ ਕਾਂਗਰਸ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ, ਕੋਈ ਵੀ ਇਦਾਂ ਦਾ ਵਿਅਕਤੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਜਿਹਦੇ ਉੱਤੇ ਤੁਸੀਂ ਧਿਆਨ ਉਸ ਤਰੀਕੇ ਨਾਲ ਕੇਂਦਰਿਤ ਕਰ ਸਕੋ, ਹਾਂ ਵੀ ਇਹ ਪੰਜਾਬ ਦਾ ਇਸ ਵੇਲੇ ਇੱਕ ਸਰਗਰਮ ਨੇਤਾ ਹੈਗਾ, ਜਾਂ ਪੰਜਾਬ ਦਾ ਇੱਕ ਭਵਿੱਖ ਬਦਲ ਸਕਦਾ, ਜਾਂ ਪੰਜਾਬ ਦੇ ਲੋਕ ਇਸ ਨੂੰ ਆਪਣਾ ਨੇਤਾ ਸਵੀਕਾਰ ਕਰ ਚੁੱਕੇ ਨੇ। ਨਿਰਸੰਦੇਹ ਕੋਈ ਸ਼ੱਕ ਨਹੀਂ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ 92 ਸੀਟਾਂ ਮਿਲੀਆਂ, ਪਰ ਇਹਦੇ ਬਾਵਜੂਦ ਅਜੇ ਵੀ ਭਗਵੰਤ ਸਿੰਘ ਮਾਨ ਦੀ ਉਹ ਇਮੇਜ ਨਹੀਂ ਜੇ ਬਣ ਸਕੀ ਜਿਹੋ ਜੀ ਇਮੇਜ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਹੋ ਸਕਦੀ ਸੀ, ਪ੍ਰਕਾਸ਼ ਸਿੰਘ ਬਾਦਲ ਜਾਂ ਇਹੋ ਜਿਹੇ ਲੀਡਰਾਂ ਵਰਗੀ ਉਹਦੀ ਇਮੇਜ ਅਜੇ ਨਹੀਂ ਬਣੀ। ਸਮਾਂ ਲੱਗਦਿਆਂ ਬਣਦੀ ਹੈ ਜਾਂ ਨਹੀਂ ਬਣਦੀ ਇਹ ਅਲੱਗ ਆ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਦੋਂ ਇਲੈਕਸ਼ਨ ਹਾਰੇ, ਉਹਦੇ ਬਾਅਦ ਵੀ ਉਹਦੀ ਪਰਸਨੈਲਿਟੀ ਜਾਂ ਉਸਦੇ ਸ਼ਖਸੀਅਤ ਦੇ ਪਸਾਰ ਉਸੇ ਤਰੀਕੇ ਨਾਲ ਰਹੇ ਜਿਵੇਂ ਉਹ ਪਹਿਲਾਂ ਸਨ। ਤਾਂ ਉਹ ਜਿਹੜੀ ਗੱਲ ਹੈਗੀ ਆ, ਉਹ ਖਲਾਅ ਸਭ ਤੋਂ ਵੱਡਾ ਮਹੱਤਵਪੂਰਨ ਜਿਹੜਾ ਨਜ਼ਰੀ ਆ ਰਿਹਾ ਕਿ ਨਵਜੋਤ ਸਿੱਧੂ ਤੋਂ ਜਾਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਨੇਤਾ ਹੀ ਨਾ ਰਹਿ ਗਿਆ ਹੋਵੇ। ਤੇ ਦੂਜੇ ਪਾਸੇ ਇੰਟਰਸਟਿੰਗ ਗੱਲ ਆ, ਜੇਕਰ ਲੋਕ ਨਵਜੋਤ ਸਿੰਘ ਸਿੱਧੂ ਨੂੰ ਇਸ ਪੱਖ ਤੋਂ ਯਾਦ ਕਰਦੇ ਆ ਤੇ ਉਹਦੇ ਕਾਊਂਟਰ ਪਾਰਟ ਜਿਹੜੇ ਨੇ ਵਿਕਰਮ ਮਜੀਠੀਆ ਨੂੰ ਵੀ ਲੋਕ ਯਾਦ ਕਰਦੇ ਕਿ ਹਾਂ ਭਾਈ ਉਹਨਾਂ ਦੋਵਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਜਿਹੜੀ ਨਾ ਕਿਸ ਤਰੀਕੇ ਨਾਲ ਗਰਮਾਉਂਦੀ ਰਹਿੰਦੀ ਸੀ, ਜਾਂ ਕਿਸ ਤਰੀਕੇ ਨਾਲ ਲੋਕਾਂ ਦਾ ਇੰਟਰਸਟ ਜਿਹੜਾ ਰਾਜਨੀਤੀ 'ਚ ਬੱਝਾ ਰਹਿੰਦਾ ਸੀ। ਪਰ ਖੈਰ ਵਕਤ ਕਿਸੇ ਨੇ ਵੇਖਿਆ ਨਹੀਂ ਤਾਂ ਮੈਂ ਆਪਣੇ ਤੁਹਾਡੇ ਉਸ ਪੁੱਛੇ ਗਏ ਪ੍ਰਸ਼ਨ ਤੇ ਉਹਨਾਂ ਜਿਹੜਾ ਤੁਸੀਂ ਮੈਨੂੰ ਪੁੱਛਿਆ, ਬਿਲਕੁਲ ਨਵਜੋਤ ਸਿੱਧੂ ਜਦੋਂ ਇਲੈਕਸ਼ਨ ਹਾਰਦੇ ਨੇ ਤਾਂ ਉਹ ਅਗਲੇ ਹੀ ਦਿਨ ਆਪਣੇ ਹਮਾਇਤੀਆਂ ਨੂੰ ਲੈ ਕੇ ਆਪਣੇ ਵਾਰਡ ਦੇ ਵਿੱਚ, ਆਪਣੇ ਹਲਕੇ ਦੇ ਵਿੱਚ ਇਸ ਤਰ੍ਹਾਂ ਤੁਰਦੇ ਆ ਕਿ ਜਿਵੇਂ ਕੋਈ ਬੰਦਾ ਜੇਤੂ ਉਮੀਦਵਾਰ ਹੁੰਦਾ। ਉਸੇ ਤਰੀਕੇ ਨਾਲ ਉਹਨਾਂ ਨੇ ਆਪਣੀ ਖਾਸ ਤੌਰ ਤੇ 16 ਮਾਰਚ ਤੋਂ ਲੈ ਕੇ ਤਾਂ ਆਪਣੀ ਗ੍ਰਿਫਤਾਰੀ ਤੱਕ, ਮਾਫ ਕਰਨਾ, ਜਦੋਂ ਤੱਕ ਉਹ ਜੇਲ੍ਹ ਜਾਂਦੇ ਨੇ
ਇੱਕ ਵੀ ਦਿਨ ਉਹਨੇ ਇਸ ਤਰ੍ਹਾਂ ਦਾ ਨਹੀਂ ਛੱਡਿਆ ਕਿ ਜਦੋਂ ਉਹਨਾਂ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮੁੱਦਿਆਂ ਦੇ ਉੱਤੇ ਨਾ ਘੇਰਿਆ ਹੋਵੇ। ਉਹ ਮੁੱਦੇ ਚਾਹੇ ਬਿਜਲੀ ਸਸਤੀਕਰਨ ਦਾ ਮੁੱਦਾ ਸੀ, ਮਾਈਨਿੰਗ ਦਾ ਮੁੱਦਾ ਸੀ, ਕਿਸਾਨਾਂ ਦਾ ਮੁੱਦਾ ਸੀ, ਬਹੁਤ ਮੁੱਦੇ ਇਦਾਂ ਦੇ ਸਨ ਕਿ ਜਿਹੜੇ ਉਹਨਾਂ ਨੇ ਠਾਏ ਤਾਂ ਉਹਨਾਂ ਦੇ ਨਾਲ ਕਾਂਗਰਸ ਦਾ ਉਹ ਇੱਕ ਨਾਰਾਜ਼ ਵਿਧਾਇਕਾਂ ਦਾ ਧੜਾ ਵੀ ਨਾਲ ਇੱਕ ਲਾਮਬੱਧ ਹੋ ਕੇ ਚੱਲਿਆ ਕਿ ਜਿਹੜੇ ਇਹ ਸਮਝਦੇ ਸਨ ਕਿ ਠੀਕ ਆ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਵੜਿੰਗ ਹੋ ਸਕਦਾ, ਕੋਈ ਪਰਵਾਹ ਨਹੀਂ, ਪਰ ਸਾਡਾ ਨੇਤਾ ਇਹ ਆ। ਤੇ ਸਿੱਧੂ ਸਾਹਿਬ ਉਸ ਵੇਲੇ ਵਾਕਈ ਇੰਟਰਸਟਿੰਗ ਗੱਲ ਇਹ ਸੀ, ਲੋਕ ਰਾਜਾ ਵੜਿੰਗ ਨੂੰ ਘੱਟ ਸੁਣਨਾ ਚਾਹੁੰਦੇ ਸਨ ਤੇ ਨਵਜੋਤ ਸਿੰਘ ਸਿੱਧੂ ਦੀ ਜ਼ਿਆਦਾ ਕਵਰੇਜ ਅਖਬਾਰਾਂ 'ਚ ਮੀਡੀਆ ਦੇ ਵਿੱਚ ਲੋਕ ਇਹ ਵੀ ਕਹਿੰਦੇ ਸਨ। ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬਿਆਨ ਦਿੰਦੇ ਸੀ ਔਰ ਇੱਧਰ ਨਵਜੋਤ ਸਿੰਘ ਸਿੱਧੂ, ਔਰ ਖਬਰਾਂ ਦਾ ਚਰਚਾ ਜਿਹੜੀ ਬਣਦੀ ਸੀ, ਚਾਹੇ ਚਰਚਾ ਬਣਦੀ ਚਾਹੇ ਖਬਰਾਂ ਬਣਦੀਆਂ ਸੀ, ਉਹ ਨਵਜੋਤ ਸਿੱਧੂ ਦੇ ਬਿਆਨ ਦੀਆਂ ਬਣਦੀਆਂ ਸੀ। ਔਰ ਰਾਜੇ ਤੇ ਪ੍ਰਤਾਪ ਬਾਜਵੇ ਦੀਆਂ ਜਿਹੜੇ ਬਿਆਨ ਸੀ ਉਹ ਮੇਰੇ ਖਿਆਲ 'ਚ ਉਹ ਕਿਤੇ ਨਾ ਕਿਤੇ ਅਜਾਈ ਰਹਿ ਜਾਂਦੇ ਸੀਗੇ, ਲੁਕਵੇਂ ਰਹਿ ਜਾਂਦੇ ਸੀ ਸਿੱਧੂ ਦੇ ਬਿਆਨਾਂ ਦੇ ਅੱਗੇ। ਜੀ ਜੀ ਬਿਲਕੁਲ। ਜਿੰਨਾ ਚਿਰ ਨਵਜੋਤ ਸਿੱਧੂ ਅਸੀਂ ਕਹਿ ਸਕਦੇ ਕਿ ਉਸ ਰਾਜਨੀਤੀ ਦਾ ਹਿੱਸਾ ਰਹੇ, ਜਿੰਨਾ ਚਿਰ ਤੱਕ ਉਹ ਜੇਲ੍ਹ ਨਹੀਂ ਗਏ, ਉਦੋਂ ਤੋਂ ਲੈ ਉਦੋਂ ਤੱਕ ਨਾ ਤਾਂ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਪ੍ਰਤਾਪ ਸਿੰਘ ਬਾਜਵਾ ਉੱਠ ਸਕੇ ਤੇ ਨਾ ਹੀ ਰਾਜਾ ਵੜਿੰਗ ਉੱਠ ਸਕੇ, ਤੇ ਈਵਨ ਕਿ ਉੱਠੋ ਹੁਣ ਵੀ ਨਹੀਂ ਸਕੇ। ਪਰ ਫਿਰ ਵੀ ਇੰਨੀ ਗੱਲ ਕਹਿ ਸਕਦੇ ਹਾਂ ਕਿ ਉਸ ਵੇਲੇ ਲੋਕਾਂ ਦਾ ਨਜ਼ਰ ਜਿਹੜੀ ਕੇਂਦਰਿਤ ਕੇਵਲ ਨਵਜੋਤ ਸਿੰਘ ਸਿੱਧੂ ਤੇ ਸੀ। ਸਿੱਧੂ ਸਾਹਿਬ ਚਲੇ ਗਏ, ਅੰਦਰ ਜੇਲ੍ਹ 'ਚ ਚਲੇ ਗਏ, ਮੈਦਾਨ ਬਿਲਕੁਲ ਖਾਲੀ ਹੋ ਗਿਆ। ਹੁਣ ਦੂਜੇ ਪਾਸੇ ਕਾਂਗਰਸ ਦੀ ਸਥਿਤੀ ਲਾ ਲਓ, ਕਾਂਗਰਸ ਦੇ ਜਿਹੜੇ ਅੱਧੇ ਵਿਧਾਇਕ ਨੇ ਉਹ ਉਦਾਂ ਰਾਜਾ ਵੜਿੰਗ ਦੀ ਕਮਜ਼ੋਰ ਅਗਵਾਈ ਕਰਕੇ ਜਾਂ ਈਡੀ ਦੇ ਚਾਲਾਂ ਦੇ ਕਰਕੇ ਜਾਂ ਭਗਵੰਤ ਮਾਨ ਦੀ ਸਰਕਾਰ ਦੀ ਸਖਤਾਈ ਕਰਕੇ ਉਹ ਭਾਜਪਾ ਦੀ ਬੇੜੀ 'ਚ ਸਵਾਰ ਹੁੰਦੇ ਜਾ ਰਹੇ ਆ। ਤੇ ਰਾਜਾ ਵੜਿੰਗ ਕੇਵਲ ਇਕੱਲੇ ਰਹਿ ਕੇ ਤੇ ਜਿਹੜੇ 5-7 ਜਿਹੜੇ ਹੈਗੇ ਨੇ ਵਿਧਾਇਕ ਬੋਲਣ ਵਾਲੇ ਉਹ ਬਿਲਕੁਲ ਚੁੱਪ ਨੇ। ਜਿਸ ਤਰੀਕੇ ਨਾਲ ਤੁਸੀਂ ਇਹ ਭੂਮਿਕਾ 'ਚ ਇੰਨੀ ਗੱਲ ਕੀਤੀ ਕਿ ਭਗਵੰਤ ਮਾਨ ਦੀ ਦ੍ਰਿਸ਼ਟੀ ਜੇ ਕਿਤੇ ਉਹਨਾਂ ਦੇ ਪ੍ਰਤੀ ਕਹਿਰਵਾਰ ਨਾ ਹੋ ਜਾਵੇ, ਉਹ ਕਹਿੰਦੇ ਚਲੋ ਚੁੱਪ ਕਰਕੇ ਆਪਣਾ ਟਾਈਮ ਕੱਢ ਲਓ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਲੋਕਾਂ ਨੂੰ ਸੁਖਵਿੰਦਰ ਜੀ ਨਵਜੋਤ ਸਿੰਘ ਸਿੱਧੂ ਯਾਦ ਆਉਂਦਾ। ਨਵਜੋਤ ਸਿੱਧੂ ਤਾਂ ਯਾਦ ਆਉਂਦਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਸੰਗਰੂਰ ਦੀ ਜਿਮਨੀ ਚੋਣ ਹੋ ਰਹੀ ਹੈ। ਜੇਕਰ ਨਵਜੋਤ ਸਿੰਘ ਸਿੱਧੂ ਹੁਣੀ ਹੁੰਦੇ ਨਾਲ ਉਹਨਾਂ ਵਿਧਾਇਕਾਂ ਦਾ ਧੜਾ ਹੁੰਦਾ ਤਾਂ ਬਿਲਕੁਲ ਇਸ ਵੇਲੇ ਉਸ ਹਲਕੇ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਸੀ ਕੁਝ ਹੋਰ ਹੋਣੀ ਸੀ। ਅਗਲਾ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਕੀਤਾ ਕਿ ਜਦੋਂ ਨਵਜੋਤ ਸਿੱਧੂ ਬਾਹਰ ਆਣਗੇ ਕਿ ਕਾਂਗਰਸ ਖਾਲੀ ਹੋ ਚੁੱਕੀ ਹੋਊਗੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਕਾਂਗਰਸ ਜਿਹੜੀ ਆ ਪੁਨਰ ਸੁਰਜੀਤ ਹੋਵੇਗੀ। ਪੁਨਰ ਸੁਰਜੀਤ ਕਹਿਣ ਦਾ ਭਾਵ ਕਿ ਉਹਨਾਂ ਚਿਰ ਤੱਕ ਸੰਗਰੂਰ ਦੀ ਜਿਮਨੀ ਚੋਣ ਵੀ ਹੋ ਗਈ ਹੋਣੀ ਆ, 2024 ਦੀ ਚੋਣ ਵੀ ਲਾਗੇ ਆਉਣ ਵਾਲੀ ਹੋਣੀ ਆ। ਖਾਲੀ ਅਣਖੀ ਸਾਹਿਬ ਮੈਂ ਇਸ ਲਈ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਕੁਝ ਲੀਡਰਾਂ ਨੂੰ ਭਗਵੰਤ ਮਾਨ ਜੇਲ੍ਹ 'ਚ ਧੱਕੀ ਜਾਂਦਾ ਤੇ ਜਿਹੜੇ ਬਚਦੇ ਉਹ ਡਰਦੇ ਬੀਜੇਪੀ 'ਚ ਭੱਜੇ ਜਾ ਰਹੇ ਆ। ਨਵਜੋਤ ਨੂੰ ਬਹੁਤੇ ਲੀਡਰ ਫਿਰ ਕਾਂਗਰਸ ਦੇ ਦਿਸਣੇ ਨਹੀਂ। ਮੈਂ ਇਸ ਕਰਕੇ ਖਾਲੀ ਦੀ ਗੱਲ ਕਰ ਰਿਹਾ ਜੀ। ਬਿਲਕੁਲ ਠੀਕ ਤੁਸੀਂ ਕਹਿ ਰਹੇ ਜੇ, ਪਰ ਸ਼ਾਇਦ ਜਦੋਂ ਨਵਜੋਤ ਸਿੰਘ ਸਿੱਧੂ ਆਏ ਤਾਂ ਫਿਰ ਉਹ ਲੀਡਰ ਜਿਹੜੇ ਹੋਣਗੇ ਜਿਹੜੇ ਫਿਰ ਉਹਦੇ ਤਰੀਕੇ ਅਨੁਸਾਰ ਬੋਲਣ ਵਾਲੇ ਹੋਣਗੇ ਜਾਂ ਜਿਹੜੇ ਪੰਜਾਬ ਦੇ ਹਿਤੈਸ਼ੀ ਹੋਣਗੇ। ਸੁਖਵਿੰਦਰ ਜੀ ਮੈਂ ਇਹ ਵੀ ਲੱਗਾ ਗੱਲ ਕਹਿਣ ਕਿ ਨਵਜੋਤ ਸਿੱਧੂ ਤੋਂ ਜਾਣ ਤੋਂ ਬਾਅਦ ਜਿਹੜੇ ਨਵਜੋਤ ਸਿੱਧੂ ਦੇ ਧੜੇ ਦੇ 2-4 ਬੰਦੇ ਸੀ ਉਹ ਵੀ ਹੁਣ ਦੂਜਿਆਂ ਦੀ ਬੇੜੀ 'ਚ ਸਵਾਰ ਹੁੰਦੇ ਪਏ ਨੇ। ਮੈਂ ਅਸ਼ਵਨੀ ਸੇਖੜੀ ਦੀ ਗੱਲ ਕਰਾਂ, ਇਹ ਉਹਨਾਂ ਦਿਨਾਂ 'ਚ ਇਹ ਨਵਜੋਤ ਸਿੱਧੂ ਦੇ ਪਰਛਾਵੇਂ ਵਾਂਗ ਉਹਦੇ ਨਾਲ ਚੱਲਦੇ ਰਹੇ, ਤਾਂ ਹੁਣ ਇਹ ਕੱਲ ਜਾਂ ਪਰਸੋਂ ਇਹਨਾਂ ਨੂੰ ਮੈਂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਨਾਲ ਵੇਖਿਆ। ਸੋ ਇਹ ਵੀ ਇਹਨਾਂ ਲੋਕਾਂ ਦੇ ਵੀ ਇਹ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਆ। ਤਾਂ ਇਹ ਵੀ ਗੱਲ ਹੈਗੀ ਹੈ ਕਿ ਨਵਜੋਤ ਸਿੱਧੂ ਜਦੋਂ ਬਾਹਰ ਆਉਣਗੇ ਤਾਂ ਸ਼ਾਇਦ ਉਸ ਵੇਲੇ ਕਾਂਗਰਸ ਦਾ ਮੈਦਾਨ ਖਾਲੀ ਮਿਲੇ, ਕੇਵਲ 2-4 ਹੀ ਬੰਦੇ ਹੋਣਗੇ ਜਿਹੜੇ 5 ਸਾਲ ਦਾ ਟੈਨਿਓਰ ਆਪਣਾ ਪੂਰਾ ਕਰਨਗੇ, ਕਿਉਂਕਿ ਉਹ ਤਾਂ ਹੁਣ ਅੱਧੇ ਦਿਨ ਦਾ 2-3 ਮਹੀਨੇ ਤਾਂ ਉਹਨਾਂ ਦੇ ਲੰਘ ਗਏ ਨੇ, 2-3 ਮਹੀਨੇ ਉਹਨਾਂ ਦੇ ਬਾਕੀ ਰਹਿ ਗਏ ਨੇ। ਤਾਂ ਸੋ ਸਥਿਤੀਆਂ ਬਦਲਦਿਆਂ ਦੇਰ ਨਹੀਂ ਲੱਗਦੀ ਹੁੰਦੀ। ਬਾਕੀ ਇਹ ਗੱਲ ਜ਼ਰੂਰ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਹਾਈਕਮਾਨ ਨੂੰ ਵੀ ਇਹ ਪਤਾ ਜ਼ਰੂਰ ਲੱਗ ਗਿਆ ਕਿ ਨਵਜੋਤ ਸਿੱਧੂ ਦੀ ਕੀਮਤ ਕੀ ਆ, ਤੇ ਰਾਜਾ ਵੜਿੰਗ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਨਵਜੋਤ ਸਿੱਧੂ ਪੰਜਾਬ ਦੇ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਪੰਜਾਬ ਦੇ ਲੋਕ ਉਸ ਨੂੰ ਪਸੰਦ ਕਰਦੇ ਆ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਇੱਕ ਦਿਨ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹ ਜਾ ਕੇ ਜੇਲ੍ਹ 'ਚ ਮਿਲਦੇ ਆ, ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਜਾ ਕੇ ਮਿਲਦੇ ਆ। ਹੁਣ ਅਗਲੀ ਵਾਰੀ ਸ਼ਾਇਦ ਰਾਜਾ ਵੜਿੰਗ ਦੀ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਕੰਜਾ ਉਹਨਾਂ ਦੇ ਦੁਆਲੇ ਵੀ ਕੱਸਿਆ ਜਾ ਰਿਹਾ, ਤਾਂ ਸ਼ਾਇਦ ਏਦਾਂ ਹੋਵੇ ਕਿ ਇੱਥੇ ਜਾ ਕੇ ਜੇਲ੍ਹ 'ਚ ਮੁਲਾਕਾਤ ਕਰਕੇ ਕਹਿ ਦੇਣ ਕਿ ਤੁਸੀਂ ਤਾਂ ਭਗਵੰਤ ਮਾਨ ਨੂੰ ਮਿਲਿਆ ਹੀ, ਤੇ ਚਲੋ ਕਿਤੇ ਆਉਂਦਾ ਜਾਂਦੇ ਸਾਡਾ ਵੀ ਸਲਾਹ ਪਹੁੰਚਾ ਦਿਓ ਕਿ ਸਾਡੇ ਪ੍ਰਤੀ ਉਹ ਆਪਣੀ ਨਜ਼ਰ ਜਿਹੜੀ ਸਵੱਲੀ ਰੱਖਣ, ਕਹਿਰਵਾਨ ਦ੍ਰਿਸ਼ਟੀ ਜਿਹੜੀ ਨਾ ਰੱਖਣ। ਖੈਰ ਇਹ ਗੱਲ ਫਿਰ ਮੈਂ ਸੁਖਵਿੰਦਰ ਜੀ ਇੰਨੀ ਗੱਲ ਕਹਾਂਗਾ ਕਿ ਨਵਜੋਤ ਸਿੱਧੂ ਦਾ ਪੰਜਾਬ ਦੀ ਸਿਆਸਤ ਸਰਗਰਮ ਸਿਆਸਤ ਤੋਂ ਇੱਕ ਪਾਸੇ ਹਟਣ ਨਾਲ ਇੱਕ ਖਲਾਅ ਜ਼ਰੂਰ ਨਜ਼ਰੀ ਆ ਰਿਹਾ ਜੇ। ਉਹਦੀ ਹਰ ਸ਼ਖਸੀਅਤ ਦੇ ਵੱਖ-ਵੱਖ ਪਸਾਰਾਂ ਦੇ ਨਾਲ ਇਸ ਵੇਲੇ ਪੰਜਾਬ ਦੀ ਜਿਹੜੀ ਸਿਆਸਤ ਆ, ਪੰਜਾਬ ਦੀ ਜਿਹੜੀ ਰਾਜਨੀਤੀ ਆ, ਉਹ ਸਖਣੀ ਮਹਿਸੂਸ ਹੋ ਰਹੀ ਆ,
ਲੋਕ ਇਸ ਚੀਜ਼ ਦੀ ਵੇਟ ਕਰ ਰਹੇ, ਇਸ ਗੱਲ ਦਾ ਇੰਤਜ਼ਾਰ ਕਰ ਰਹੇ ਆ ਕਿ ਬੰਦਾ ਬਾਹਰ ਆਵੇ ਤਾਂ ਘੱਟੋ ਘੱਟ ਕੋਈ ਰੌਲਾ ਰੱਪਾ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ, ਨਾ ਕਿ ਇਸ ਵੇਲੇ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਬਿਲਕੁਲ ਸਭ ਕੁਝ ਸ਼ਾਂਤ ਆ, ਆਮ ਆਦਮੀ ਪਾਰਟੀ ਦੇ ਸਭ ਵਾਅਦੇ ਪੂਰੇ ਕਰਤੇ ਆ, ਸਭ ਕੁਝ ਠੀਕ ਹੋ ਗਿਆ, ਜਿਹੜੀ ਵਿਰੋਧੀ ਧਿਰ ਆ ਉਹ ਵੀ ਖਾਮੋਸ਼ ਹੋ ਗਈ। ਸ਼ਾਇਦ ਖਾਮੋਸ਼ ਤੇ ਉਹ ਇਸੇ ਕਰਕੇ ਹੋਈ ਆ ਜਿਹੜੀ ਤੁਸੀਂ ਸਥਿਤੀ ਬਿਆਨ ਕੀਤੀ ਕਿ ਹਾਂ ਭਾਈ ਇਹਦੇ ਭਗਵੰਤ ਮਾਨ ਰਾਤ ਦਾ ਫਰਟ ਉਹਨਾਂ ਦਾ ਵੀ ਜਾਰੀ ਕਰਦੇ ਕਿ ਚਲੋ ਭਾਈ ਸਾਹਿਬ ਆਪਾਂ ਬੋਲ ਕੇ ਕੀ ਲੈਣਾ, ਪਰ ਵਾਕਿਆ ਹੀ ਨਵਜੋਤ ਸਿੱਧੂ ਦੇ ਜਾਣ ਦਾ ਖਲਾ ਜ਼ਰੂਰ ਪੈਦਾ ਹੋਇਆ। ਜੀ ਬਿਲਕੁਲ। ਟਾਣਕੇ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।